ਵੀ ਉਹ ਜਿਹੜੇ ਵੱਡੇ ਆ ਸ਼ਾਹੂਕਾਰ ਉਹਨਾਂ ਨੂੰ ਸ਼ਾਹੂਕਾਰ ਕਰਨ ਲਈ ਇਹ ਬਿੱਲ ਬਣਿਆ ਤੇ ਕਿਸਾਨਾਂ ਦੇ ਹੱਕ 'ਚ ਦੇਖੀਏ ਉਹਨਾਂ ਨੂੰ ਮਾਰਨ ਲਈ ਬਿੱਲ ਬਣਿਆ, ਖਤਮ ਕਰਨ ਲਈ ਬਿੱਲ ਬਣਿਆ। ਡੈਮੇਜ ਹੋਣਗੀਆਂ, ਖਰਾਬ ਹੋਣਗੀਆਂ ਫਸਲਾਂ, ਉਹਨਾਂ ਦਾ ਕੌਣ ਰੁਝਾਨਾ ਭਰੂ? ਹੁਣ ਤਾਂ ਸਰਕਾਰ ਜ਼ਿੰਮੇਵਾਰੀ ਚੱਕਦੀ ਆ, ਦੇਖੋ ਉਸ ਤੋਂ ਬਾਅਦ ਕੌਣ ਚੱਕੂਗਾ? ਪ੍ਰਾਈਵੇਟ ਕੰਪਨੀਆਂ ਨੇ। ਉਹ ਕਹਿਣ ਦਾ ਮਤਲਬ ਕਿ ਕਿਸਾਨ ਨੂੰ ਨਾ ਭਿਖਾਰੀ ਬਣਾ ਦਿੱਤਾ ਜਾਏਗਾ, ਕਟੋਰਾ ਲੈ ਕੇ ਕੰਪਨੀਆਂ ਦੇ ਏਜੰਟਾਂ ਕੋਲੋਂ ਜਿਹੜੇ ਮੈਨੇਜਰ ਹੁੰਦੇ ਆ ਉਹਨਾਂ ਦੇ ਪਿੱਛੇ ਪਿੱਛੇ ਘੁੰਮਣ ਨੂੰ। ਤੇ ਮੈਂ ਇੱਕ ਮੁੜਦੀ ਆ ਸਰਕਾਰਾਂ ਨੂੰ ਵੀ ਕਹਾਂ, ਜ਼ਾਲਮ ਸਰਕਾਰਾਂ ਨੂੰ ਵੀ ਕਹਾਂ ਵੀ ਇੱਦਾਂ ਦੇ ਜ਼ਾਲਮ ਕਾਨੂੰਨ ਨਾਲ ਰਾਜੇ ਮਹਾਰਾਜੇ ਨਹੀਂ ਰਹੇ ਤੇ ਤੁਹਾਡੀ ਵੀ ਵਾਰੀ ਹੋਈ ਜਾਣੀ ਹੈ। ਤੁਹਾਨੂੰ ਵੀ ਦੋ ਸਰਕਾਰਾਂ ਨੇ ਆਉਣ ਵਾਲੇ ਟਾਈਮ 'ਚ ਇਹ ਲੋਕਾਂ ਨੇ ਸੁਣਾ ਦੇਣਾ, ਤੁਹਾਨੂੰ ਦੱਸ ਦੇਣਾ, ਤੁਹਾਡੀਆਂ ਸਰਕਾਰਾਂ ਖਤਮ ਕਰ ਦੇਣੀਆਂ। ਹੁਣ ਵੀ ਆਵਾਜ਼ ਆ ਜਾਓ। ਮੈਂ ਪ੍ਰੀਤ ਕੰਗ ਪ੍ਰਾਈਮ ਦੇ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਖੇਤੀ ਆਰਡੀਨੈਂਸ ਬਿੱਲ ਜੋ ਸਰਕਾਰ ਵੱਲੋਂ ਪਾਸ ਕੀਤਾ ਗਿਆ ਉਸ 'ਤੇ ਚੌਤਰਫਾ ਵਿਰੋਧ ਹੋ ਰਿਹਾ ਹੈ। ਉਸ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ 14 ਨੰਬਰ ਵਾਰਡ ਦੇ ਪ੍ਰਧਾਨ ਪੰਮਾ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ 'ਤੇ ਉਹਨਾਂ ਦਾ ਕੀ ਕਹਿਣਾ ਹੈ। ਸਭ ਤੋਂ ਪਹਿਲਾਂ ਪੰਮਾ ਜੀ ਸਵਾਗਤ ਹੈ ਪ੍ਰਾਈਮ ਉਹਦੇ ਚੈਨਲ 'ਤੇ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਪੰਮਾ ਜੀ, ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਬਿੱਲ ਪਾਸ ਕੀਤਾ ਗਿਆ ਹੈ ਉਸ 'ਤੇ ਤੁਹਾਡਾ ਕੀ ਕਹਿਣਾ ਜੀ? ਦੇਖੋ ਜੀ, ਬਿੱਲ ਟੋਟਲੀ ਗਲਤ ਆ, ਟੋਟਲੀ ਕਿਸਾਨ ਦੇ ਅੰਗੇਸਟ ਆ। ਇਹ ਜਿਹੜਾ ਬਿੱਲ ਆਇਆ ਇਹ ਕਿਸਾਨ ਨੂੰ ਤਬਾਹ ਕਰਨ ਲਈ ਬਿੱਲ ਆ। ਤੇ ਅੱਜ ਦੇਖੋ ਕਿਸਾਨ ਦੇ ਨਾਲ ਹਰ ਵਰਗ ਕਿਸਾਨ ਦੇ ਨਾਲ ਖੜਾ ਦੇ। ਇਹਦਾ ਮਤਲਬ ਬਿੱਲ ਗਲਤ ਆ ਤਾਂ ਹੀ ਕਿਸਾਨ ਬਾਹਰ। ਮੈਂ ਕਹਿੰਦਾ ਮੇਰੇ ਲਈ ਕੋਈ ਚੀਜ਼ ਬਣੀ ਹੈ ਤੇ ਮੈਂ ਹੀ ਨਹੀਂ ਖਾ ਰਿਹਾ, ਇਹਦਾ ਮਤਲਬ ਚੀਜ਼ ਸਵਾਦ ਨਹੀਂ ਹੈਗੀ, ਠੀਕ ਨਹੀਂ ਬਣੀ ਹੋਈ। ਤੇ ਇਹਦਾ ਮਤਲਬ ਇਹ ਆ ਵੀ ਇਹ ਜਿਹੜੀ ਸਰਕਾਰ ਨੇ ਬਿੱਲ ਥੋਪ ਦਿੱਤਾ, ਜਿਵੇਂ ਕਿ ਤੁਹਾਨੂੰ ਪਿੱਛੇ ਪਤਾ ਮੁਸਲਮਾਨ ਭਾਈਚਾਰੇ ਦੇ ਵੀ NCP ਥੋਪਣ ਦਾ ਕੰਮ ਕੀਤਾ ਸੀ। ਜਿਹੜੀਆਂ ਮੌਜੂਦਾ ਸਰਕਾਰਾਂ ਨੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਕਰਦੇ ਕਿਉਂ। ਦੇਖੋ ਜੇ ਸਾਡਾ ਅੰਨਦਾਤਾ ਹੀ ਮਰ ਜੂ, ਜੇ ਸਾਡਾ ਅੰਨਦਾਤਾ ਹੀ ਖਤਮ ਹੋ ਜੂ, ਜੇ ਇਹ ਸਾਰਾ ਕੁਝ ਪ੍ਰਾਈਵੇਟ ਮਿੱਲਾਂ ਦੇ ਹੱਥ ਚਲੇ ਗਿਆ, ਕੱਲ੍ਹ ਨੂੰ ਤਾਂ ਤੁਸੀਂ ਦੇਖੋ ਜੇ ਪ੍ਰਾਈਵੇਟ ਮਿੱਲਾਂ ਦੇ ਹੱਥ ਕੰਪਨੀਆਂ ਦੇ ਹੱਥੇ ਜਾਂਦਾ ਪਿਆ ਤੇ ਪ੍ਰਾਈਵੇਟ ਵਾਲੇ ਕੀ ਕਰਨਗੇ? ਆਪਣੀ ਮਰਜ਼ੀ ਦੇ ਰੇਟ ਲਾਉਣਗੇ, ਆਪਣੀ ਮਰਜ਼ੀ ਦੀ ਚੀਜ਼ ਖਰੀਦਣਗੇ, ਜੇ ਪਸੰਦ ਹੋਊਗੀ ਖਰੀਦਣਗੇ, ਨਹੀਂ ਤਾਂ ਨਹੀਂ ਖਰੀਦਣਗੇ। ਮਤਲਬ ਕਹਿਣ ਦਾ ਮਤਲਬ ਆ ਕਿਸਾਨ ਤਾਂ ਕੀ ਆਤਮ ਹੱਤਿਆ ਕਰਦਾ ਤੇ ਹੋਰ ਆਤਮ ਹੱਤਿਆ ਕਰੂਗਾ। ਇਸ ਕਰਕੇ ਮੇਰੀ ਬੇਨਤੀ ਆ ਸੈਂਟਰ ਗੌਰਮੈਂਟ ਨੂੰ ਵੀ ਜਿਹੜਾ ਕਿਸਾਨ ਮਾਰੂ ਵਿਰੋਧੀ ਇਹ ਜਿਹੜਾ ਬਿੱਲ ਆ ਤੁਸੀਂ ਪਾਸ ਕੀਤਾ ਇਹ ਬਿਲਕੁਲ ਗਲਤ ਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆ, ਕਿਸਾਨਾਂ ਦੇ ਹਿੱਕ ਲਈ ਹੱਕ ਲਈ ਤੇ ਨਾਲ ਖੜੀ ਆ ਦੇ ਆਖਰੀ ਦਮ ਤੱਕ ਵੀ ਇਹਦੇ ਲਈ ਲੜਨਾ ਪਊਗਾ। ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦੇ ਵਿਰੋਧ 'ਚ ਆਖਰੀ ਦਮ ਤੱਕ ਕਿਸਾਨਾਂ ਦੇ ਨਾਲ ਖੜੀ ਆ। ਪੰਮਾ ਜੀ, ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਸਰਕਾਰ ਇਹ ਬਿੱਲ ਵਾਪਸ ਲੈ ਸਕਦੀ ਆ? ਬਿਲਕੁਲ ਲਊਗੀ, ਕਿਉਂ ਨਹੀਂ ਲਊਗੀ। ਜਿਨ੍ਹਾਂ ਲਈ ਬਿੱਲ ਬਣਿਆ ਉਹੀ ਵਿਰੋਧ ਕਰਦੇ ਆ, ਉਹਦੇ ਨਾਲ ਸਾਰੀ ਜਥੇਬੰਦੀਆਂ ਵਿਰੋਧ ਕਰਿਆ, ਹਰ ਵਰਗ ਤਾਂ ਇਹਨਾਂ ਨੇ ਦੁਖੀ ਕਰਤਾ। ਦੇਖੋ ਜੀ, ਪਿੱਛੇ ਨੋਟਬੰਦੀ ਕੀਤੀ, ਨੋਟਬੰਦੀ 'ਚ ਕੀ ਵਪਾਰੀ ਦਾ ਵਪਾਰ ਖਤਮ ਹੋ ਗਿਆ। ਕਹਿੰਦੇ ਸੀਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਮੈਨੂੰ ਸਿਰਫ 3 ਮਹੀਨੇ ਦੇ ਦਿਓ, ਲੋਕਾਂ ਨੇ ਦਿੱਤੇ ਆ, ਵਿਸ਼ਵਾਸ ਕੀਤਾ, ਠੀਕ ਹੈ ਨਾ। ਫਿਰ GST ਲਿਆਤੀ, ਤੁਹਾਡੇ ਸਾਹਮਣੇ ਹਰ ਗੱਲ 'ਚ ਦਾ ਵਿਸ਼ਵਾਸ ਕੀਤਾ। ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਹਰ ਚੀਜ਼ ਨੂੰ ਧੱਕੇ ਨਾਲ, ਜਿਵੇਂ ਹਿਟਲਰ ਰਾਜ ਕਰਦਾ ਸੀ ਉਹ ਵਾਲਾ ਰਾਜ ਨਹੀਂ ਹੈਗਾ ਇਹ। ਤੇ ਲੋਕ ਆ ਤੇ ਭਾਈਚਾਰਾ, ਹਰ ਤਰ੍ਹਾਂ ਦਾ ਭਾਈਚਾਰਾ ਰਹਿੰਦਾ ਪਿਆ। ਕਿਸਾਨ ਇੱਕ ਅੰਨਦਾਤਾ, ਸਾਡਾ ਧਰਤੀ ਦੀ ਹਿੱਕ ਪਾੜ ਕੇ ਕਿਸਾਨ ਅੰਨ ਉਗਾਉਂਦਾ। ਉਹ ਕਿਹਦੇ ਲਈ ਉਗਾਉਂਦਾ? ਆਪਣੇ ਲਈ ਤਾਂ ਨਹੀਂ ਉਗਾਉਂਦਾ, ਦੇਸ਼ ਦੇ ਲਈ ਉਗਾਉਂਦਾ। ਦੇ ਅੱਜ ਦੇਖਿਆ ਜਾਵੇ ਜੋ ਕਾਲ ਪੈ ਗਿਆ ਸੀ 1972-75 ਦੇ ਵਿੱਚ, ਤੇ ਅੱਜ ਦੇ ਅੰਨਦਾਤਾ ਸਾਡਾ ਪੰਜਾਬ ਦਾ ਜਾਂ ਹਰਿਆਣੇ ਦਾ ਕੋਈ ਕਿਸਾਨ ਦਾਤਾ, ਤੇ ਤਾਂ ਹੀ ਤਾਂ ਅੱਜ ਦੇਸ਼ ਖਾ ਰਿਹਾ। ਤੇ ਅੱਜ ਦੇ ਕਹਿੰਦੇ ਨਾ ਦੇਸ਼ ਦੀ ਪੂਰਤੀ ਕਿਸਾਨ ਨੇ ਕਰਤੀ ਆ, ਤੇ ਅੱਜ ਇਹ ਸਰਕਾਰਾਂ ਉਹਨਾਂ ਦੇ ਉਲਟ ਹੋ ਗਈਆਂ। ਮਤਲਬ ਆਪਣੀ ਅੱਜ ਪੂਰਤੀ ਵੇਚ ਕੇ, ਕਿਸਾਨ ਨੂੰ ਵੇਚ ਕੇ, ਕਿਸਾਨ ਦੀਆਂ ਫਸਲਾਂ ਵੇਚ ਕੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਹੋ ਕੇ ਕੱਲ੍ਹ ਨੂੰ ਤਾਂ ਵੀ ਕਿਸਾਨ ਵੀ ਮਰਨਗੇ ਤੇ ਨਾਲ ਹੋਰ ਜਿੰਨਾ ਵੀ ਵਰਗ ਆ ਕਿਸਾਨ ਦੇ ਨਾਲ ਜੁੜਿਆ ਆ। ਦੇਖੋ ਤੇ ਕਿਸਾਨ ਦੀ ਫਸਲ ਹੁੰਦੀ ਆ, ਕਿਸਾਨ ਉਹਨੂੰ ਵੇਚ ਕੇ ਪੈਸੇ ਇਕੱਠੇ ਕਰਦਾ, ਉਹੀ ਪੈਸੇ ਕਿੱਥੇ ਜਾਂਦੇ ਆ? ਬਾਜ਼ਾਰ ਦੇ ਸੇਲ ਖਰੀਦਣ ਦੇ 'ਚ ਕੰਮ ਆਉਂਦਾ, ਉਹਦੇ ਉੱਥੋਂ ਹੀ ਸਾਡਾ ਵਪਾਰ ਚੱਲਦਾ। ਜਦੋਂ ਕਿਸਾਨ ਹੀ ਮਰ ਜੂ ਦੇ ਨਾਲੇ ਵਪਾਰ ਵੀ ਮਰ ਜੂ, ਟੋਟਲੀ ਹਰ ਵਰਗ ਮਰ, ਵਪਾਰੀ ਵੀ ਮਰ ਜੂ, ਕਿਸਾਨ ਵੀ ਮਰ ਜੂ। ਇਹ ਤਾਂ ਨੀਤੀਆਂ ਜਿਹੜੀਆਂ ਸੈਂਟਰ ਗੌਰਮੈਂਟ ਵੱਲੋਂ ਆ ਇਹ ਬਿਲਕੁਲ ਗਲਤ ਬਿੱਲ ਆ, ਇਹਨੂੰ ਵਾਪਸ ਲੈਣਾ ਹੀ ਪੈਣਾ। ਕਿਉਂ ਜੋ ਵਿਰੋਧ ਚੱਲ ਰਿਹਾ ਇਸ ਟਾਈਮ ਸਾਰੇ ਤੁਸੀਂ ਦੇਖਦੇ ਹੋ ਮੇਰੇ ਵੀਰ ਪ੍ਰੈਸ ਵਾਲੇ ਹੋ, ਤੁਸੀਂ ਇੱਕ ਚੌਥਾ ਥੰਮ ਹੋ, ਤੁਸੀਂ ਦੇਖਦੇ ਹੋ ਇਸ ਹਾਲਾਤ ਪੰਜਾਬ ਦੇ ਵੀ। ਦੇਖੋ ਅੱਜ ਵੀ ਦੇਖੋ, ਅੱਜ ਬੰਦ ਦੀ ਕਾਲ ਸੀਗੀ, ਟੋਟਲੀ ਬੰਦ ਸੀਗਾ ਤੇ ਸਾਰੇ ਪਾਸੇ ਕਿਸਾਨ ਵਿਰੋਧੀ ਚੱਲ ਰਿਹਾ। ਹਰ ਵਰਗ ਨਾਲ ਜੁੜ ਗਿਆ, ਵਪਾਰੀ ਵਰਗ ਨਾਲ ਜੁੜ ਗਿਆ। ਇਹਦਾ ਮਤਲਬ ਇਹ ਕਿਸਾਨ ਦੇ ਜਿਹੜੇ ਹੱਕ 'ਚ ਨਹੀਂ ਹੈਗਾ ਇਹ ਬਿੱਲ। ਮਤਲਬ ਸੈਂਟਰ ਗੌਰਮੈਂਟ ਨੂੰ ਕਿਸੇ ਵੀ ਹਾਲਾਤ ਇਹ ਵਾਪਸ ਲੈਣਾ ਪਊਗਾ। ਦੇਸ਼ ਸਰਕਾਰ ਅੜਦੀ ਆ ਤੇ ਫਿਰ ਕਿਸਾਨ ਇਸ ਤੋਂ ਜ਼ਿਆਦਾ ਮਾੜੇ ਉਹ ਜ਼ਿਆਦਾ ਅੜਨਗੇ, ਨੁਕਸਾਨ ਦੇਸ਼ ਦਾ ਹੋਣਾ, ਇਹਨਾਂ ਦਾ ਸਰਕਾਰਾਂ ਦਾ। ਇਹਨਾਂ ਨੂੰ ਤਾਂ ਕੋਈ ਵੀ ਨਹੀਂ, ਇਹ ਨਹੀਂ ਸਰਕਾਰ ਬਦਲ ਜੂਗੀ। ਮੈਂ ਬੇਨਤੀ ਕਰੂੰਗਾ ਵੀ ਇਹ ਬਿੱਲ ਨੂੰ ਜਲਦ ਤੋਂ ਜਲਦ ਵਾਪਸ ਕਰਕੇ ਤੇ ਕਿਸਾਨ ਦੇ ਹਿੱਤ ਦੀ ਗੱਲ ਕੀਤੀ ਜਾਵੇ। ਪੰਮਾ ਜੀ, ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜਦੋਂ ਇਸ ਆਰਡੀਨੈਂਸ ਦਾ ਵਿਰੋਧ ਹੋਣ ਲੱਗ ਗਿਆ ਸੀ ਇਸ 'ਤੇ ਜਨਤਾ ਤੋਂ ਵੋਟਿੰਗ ਵੀ ਕਰਾਈ ਜਾ ਸਕਦੀ ਸੀਗੀ?
ਦੇਖੋ ਜੀ, ਇਹ ਜਿਹੜਾ ਬਿੱਲ ਸੀ ਪਹਿਲਾਂ ਦੱਸਿਆ ਗਿਆ ਬੜਾ ਸੁਨਹਿਰੀ ਅਕਸ਼ਰਾਂ 'ਚ, ਉਹ ਜਿਵੇਂ ਕਹਿੰਦੇ ਨੇ ਕਿਸੇ ਨੂੰ ਦੇ ਸਜਾ ਕੇ ਜੇ ਕੋਈ ਚੀਜ਼ ਵੇਚਣੀ ਆ, ਉਹਨੂੰ ਮੱਲਮ ਬੱਟੀ ਜੀ ਵਧੀਆ ਤਰੀਕੇ ਨਾਲ ਵੀਡੀਓ ਪਾਰਲ ਜਿਹਾ ਕਰਕੇ ਉਹਨੂੰ ਸਜਾ ਦਿੱਤਾ ਜਾਂਦਾ ਹੈ, ਵਧਾਈਆਂ ਦਿੱਤੀਆਂ। ਉਹਦਾ ਸਜਾ ਕੇ ਬਿੱਲ ਪੇਸ਼ ਕਰਤਾ। ਕਈਆਂ ਨੂੰ ਲੱਗਿਆ ਭੁਲੇਖਾ ਸ਼ਾਇਦ ਇਹ ਉਹਨਾਂ ਦੇ ਕਿਸਾਨਾਂ ਦੇ ਹੱਕ 'ਚ ਆ, ਲੱਗਿਆ। ਜਦੋਂ ਅਸਲ ਦੇ ਵਿੱਚ ਹਕੀਕਤ ਦੇ ਵਿੱਚ ਅਸੀਂ ਆਏ, ਇਹਨੂੰ ਪੜ੍ਹਿਆ ਤਰੀਕੇ ਨਾਲ, ਉਦੋਂ ਇਹ ਲੱਗਿਆ ਵੀ ਨਹੀਂ, ਇਹਦਾ ਵੀ ਬਿਲਕੁਲ ਹੀ ਨਸ਼ਟ ਕਰ ਕੀਤਾ ਜਾ ਸਕਦਾ, ਕਿਸਾਨ ਹੀ ਖਤਮ ਹੋ ਜੂ। ਜੋ ਜਿਸ ਹਿਸਾਬ ਨਾਲ ਕਿ ਦੇਖੋ, ਜੇ ਮੈਂ ਕੱਲ੍ਹ ਨੂੰ ਚੀਜ਼ ਖਰੀਦ ਰਿਹਾ, ਪ੍ਰਾਈਵੇਟ ਕੰਪਨੀ ਦਾ ਮਾਲਕ ਆ, ਮੈਨੂੰ ਪਤਾ ਮੇਰੇ ਕੋਲ ਪਹਿਲੇ ਹੀ ਸਮਾਨ ਫਾਲਤੂ ਪਿਆ, ਮੈਂ ਕਿੱਦਾਂ ਕਿ ਦੂਸਰੀ ਫਸਲ ਚੱਕ ਲੂੰਗਾ, ਉਹਨੇ ਫਸਲਾਂ ਹੀ ਚੱਕ ਲਈ, ਅਤੇ ਉਸ ਤੋਂ ਬਾਅਦ ਜਿਹੜੀ ਡੈਮੇਜ ਹੋਣਗੀਆਂ, ਖਰਾਬ ਹੋਣਗੀਆਂ ਫਸਲਾਂ, ਉਹਨਾਂ ਦਾ ਕੌਣ ਰੁਝਾਨਾ ਭਰੂ? ਹੁਣ ਤਾਂ ਸਰਕਾਰ ਜ਼ਿੰਮੇਵਾਰੀ ਚੱਕਦੀ ਆ, ਦੇਖੋ ਉਸ ਤੋਂ ਬਾਅਦ ਕੌਣ ਚੱਕੂਗਾ? ਪ੍ਰਾਈਵੇਟ ਕੰਪਨੀਆਂ ਨੇ। ਉਹ ਕਹਿਣ ਦਾ ਮਤਲਬ ਕਿ ਕਿਸਾਨ ਨੂੰ ਨਾ ਭਿਖਾਰੀ ਬਣਾ ਦਿੱਤਾ ਜਾਏਗਾ, ਕਟੋਰਾ ਲੈ ਕੇ ਕੰਪਨੀਆਂ ਦੇ ਏਜੰਟਾਂ ਕੋਲੋਂ, ਜਿਹੜੇ ਮੈਨੇਜਰ ਹੁੰਦੇ ਆ ਉਹਨਾਂ ਦੇ ਪਿੱਛੇ ਘੁੰਮਣ ਨੂੰ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਕਿ ਕਾਨੂੰਨ ਕਰਾ, ਸਿਰਫ ਤੁਸੀਂ ਜ਼ਿਲ੍ਹਾ ਉਹਨੂੰ SDM ਨੂੰ ਕਹਿ ਸਕਦੇ ਆ, ਉਸ ਤੋਂ ਬਾਅਦ ਤੁਸੀਂ ਕੋਰਟ ਦੇ ਵਿੱਚ ਉਹ ਵੀ ਨਹੀਂ ਕਰ ਸਕਦੇ, ਕੇਸ ਵੀ ਨਹੀਂ ਕਰ ਸਕਦੇ ਆਪਣੇ ਹੱਕ ਲਈ। ਮਤਲਬ ਕਹਿਣ ਦਾ ਮਤਲਬ ਹੈ ਟੋਟਲੀ ਜਿਹੜਾ ਬਿੱਲ ਆ, ਇਹ ਵੱਡੀਆਂ ਕੰਪਨੀਆਂ ਨੂੰ ਹਿੱਤ 'ਚ ਰੱਖ ਕੇ ਉਹਨਾਂ ਦੇ ਹਿੱਤ ਲਈ ਇਹ ਬਿੱਲ ਬਣਾਇਆ ਗਿਆ, ਵੀ ਉਹ ਜਿਹੜੇ ਵੱਡੇ ਆ ਸ਼ਾਹੂਕਾਰ, ਉਹਨਾਂ ਨੂੰ ਸ਼ਾਹੂਕਾਰ ਕਰਨ ਲਈ ਇਹ ਬਿੱਲ ਬਣਿਆ, ਦੇ ਕਿਸਾਨਾਂ ਦੇ ਹੱਕ 'ਚ ਦੇਖੀਏ ਉਹਨਾਂ ਨੂੰ ਮਾਰਨ ਲਈ ਬਿੱਲ ਬਣਿਆ, ਖਤਮ ਕਰਨ ਲਈ ਬਿੱਲ ਬਣਿਆ। ਮੰਮਾ ਜੀ, ਤੁਸੀਂ ਅਕਾਲੀ ਦਲ ਦੇ ਵਾਰਡ ਦੇ ਪ੍ਰਧਾਨ ਹੋ। ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਣਾ, ਬੀਬਾ ਬਾਦਲ ਜੀ ਵੱਲੋਂ ਅਸਤੀਫਾ ਦਿੱਤਾ ਗਿਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਤਾਂ ਜੀ ਪਹਿਲਾਂ ਤਾਂ ਬੀਬਾ ਜੀ ਦਾ ਧੰਨਵਾਦ ਕਰਦਾ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦਾ, ਜੋ ਅਸਤੀਫਾ ਦਿੱਤਾ। ਮੈਂ ਬਹੁਤ ਕਿਉਂ ਦੇਖੋ ਜੀ, ਕੋਈ ਵੀ ਜਦੋਂ ਬੰਦੇ ਕਿਸੇ ਨਾਲ, ਜਦੋਂ ਬੀਬਾ ਜੀ ਮੰਤਰੀ ਸੀਗੇ, ਉਦੋਂ ਬੀਬਾ ਜੀ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਵਿੱਚ, ਦੇਖੋ ਕਦੇ ਵੀ ਕਹਿੰਦੇ ਇਹਦੇ ਗਟਰ ਸਾਫ਼ ਕਰਨਾ ਨਾ, ਤੇ ਗਟਰ 'ਚ ਵੜ ਕੇ ਸਾਫ਼ ਕੀਤਾ ਜਾਂਦਾ, ਉੱਦਾਂ ਗਟਰ ਸਾਫ਼ ਨਹੀਂ ਹੋ ਸਕਦਾ, ਜੇ ਸਫਾਈ ਵੀ ਕਰਨੀ ਹੈ। ਕਹਿਣ ਦਾ ਮਤਲਬ ਬੀਬਾ ਜੀ ਜਦੋਂ ਵਿੱਚ ਸੀਗੇ, ਉਹਨਾਂ ਨੇ ਬੀਬਾ ਜੀ ਨੇ ਬਹੁਤ ਜ਼ੋਰ ਲਾਇਆ ਵੀ ਆਹ ਜਿਹੜੀ ਚੀਜ਼ ਆ, ਜਦੋਂ ਚੰਗੀ ਤਰ੍ਹਾਂ ਪੜ੍ਹਿਆ ਗਿਆ, ਤਸੱਲੀ ਕੀਤੀ ਗਈ। ਬੀਬਾ ਜੀ ਨੇ ਕਹਿੰਦੇ, ਮੈਂ ਖੁਦ ਕਹਿ ਰਿਹਾ ਬੀਬਾ ਜੀ ਵੀ ਮੈਂ ਬਹੁਤ ਜ਼ੋਰ ਲਾਇਆ ਵੀ ਇਹ ਕਿਸਾਨ ਵਿਰੋਧੀ ਬਿੱਲ ਆ, ਵੀ ਇਹ ਨਹੀਂ, ਇਹ ਗਲਤ ਆ, ਇਹਨੂੰ ਨਾ ਤੁਸੀਂ ਪਾਸ ਕਰੋ। ਪਰ ਜਦੋਂ ਕਹਿੰਦੇ ਲਾਸਟ ਡੇ 'ਤੇ ਜਾ ਕੇ ਉਹਨਾਂ ਨੇ ਪਾਸ ਹੀ ਨਹੀਂ ਕੀਤਾ, ਜਦੋਂ ਦੇਖਿਆ ਵੀ ਉਹਨੇ ਪਾਸ ਕਰ ਦਿੱਤਾ, ਬੀਬਾ ਜੀ ਨੇ ਫਿਰ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ, ਇਹ ਕਿਸਾਨਾਂ ਦੀ ਪਾਰਟੀ ਆ, ਪੰਜਾਬ ਦੇ ਭਲੇ ਲਈ ਪਾਰਟੀ ਆ, ਅਤੇ ਬੀਬਾ ਜੀ ਨੇ ਜੋ ਬੀਬਾ ਜੀ ਨੂੰ ਚੰਗਾ ਲੱਗਿਆ, ਮੈਂ ਤਾਂ ਬੀਬਾ ਜੀ ਦਾ ਪਹਿਲੀ ਗੱਲ ਧੰਨਵਾਦ ਕਰਾਂਗਾ। ਬੀਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜੋ ਤੁਸੀਂ ਕਿਸਾਨਾਂ ਦੇ ਹਿੱਤ ਦੇ ਲੜੇ ਹੋ। ਅੱਗੇ ਵੀ ਤੁਸੀਂ ਸਾਰਿਆਂ ਨੇ, ਅਸੀਂ ਸਾਰਿਆਂ ਨੇ ਮਿਲ ਕੇ, ਪੰਜਾਬ ਨੇ, ਹਰ ਇੱਕ ਵਰਗ ਨੇ ਇਹਨਾਂ ਨਾਲ ਕਿਸਾਨਾਂ ਦੇ ਹੱਕ ਲਈ ਲੜਨਾ। ਅਤੇ ਮੈਂ ਤਾਂ ਕਹਿੰਦਾ ਜੀ ਬੀਬਾ ਜੀ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਅਸਤੀਫਾ ਦੇ ਕੇ, ਜਿਵੇਂ ਕਹਿੰਦੇ ਵਜ਼ੀਰੀ ਤੋਂ ਉਹਨਾਂ ਦੇ ਮੂੰਹ 'ਤੇ ਮਾਰੀ, ਉਹਨਾਂ ਨੂੰ ਦੱਸਿਆ ਅਸਲ ਦੇ ਵਿੱਚ ਤੁਹਾਡੀ ਕੀ ਔਕਾਤ ਆ, ਵੀ ਤੁਸੀਂ ਹਟ ਜਾਓ। ਇਹ ਕੰਮ ਜਿਹੜੇ ਤੁਸੀਂ ਹਿਟਲਰ ਵਾਲੇ ਕੰਮ ਜ਼ਬਰਦਸਤੀ ਧੱਕੇ ਨਾਲ ਲੋਕਾਂ ਦੇ ਨਾਲ ਕਰਨ ਲੱਗੇ ਹੋਏ ਆ ਨਾ, ਵੀ ਜੇ ਆਹ ਚੀਜ਼ ਆ ਗਈ ਤੇ ਮੈਂ ਪਾਸ ਕਰਤੀ, ਮੈਂ ਜਿਵੇਂ ਕਹਿੰਦੇ ਨਾ, ਮੈਂ ਕਰਦਾ ਬੱਕਰਾ ਕੋਲ ਖੜਾ ਕਸਾਈ, ਉਹ ਮੈਂ ਜਿਹੜੀ ਹੰਕਾਰ ਆ ਨਾ, ਇਹ ਹੰਕਾਰ ਵੱਡੇ ਰਾਜੇ ਮਹਾਰਾਜਾਂ ਦਾ ਨਹੀਂ ਰਿਹਾ। ਮੈਂ ਕਹੂੰਗਾ ਮੋਦੀ ਸਾਹਿਬ, ਆਪਣੇ ਹੰਕਾਰ ਤੋਂ ਨੀਚੇ ਆ ਕੇ ਜ਼ਮੀਨ 'ਤੇ ਬੈਠ ਕੇ ਗੱਲ ਕਰੋ, ਜਿਹੜੀ ਕਿਸਾਨਾਂ ਨਾਲ ਕਰਨੀ ਹੈ। ਜ਼ਮੀਨ ਨਾਲ ਜੁੜੇ ਹੋਏ ਕਿਸਾਨ ਆ, ਧਰਤੀ ਦੇ ਹਿੱਕ ਪਾੜ ਕੇ ਅੰਨ ਉਗਾਉਂਦੇ ਨੇ, ਇਹ ਮਿੱਟੀ ਨਾਲ ਜੁੜਿਆ ਹੋਇਆ ਕਿਸਾਨ ਆ, ਇਹ ਡਰਨ ਵਾਲਾ ਨਹੀਂ ਹੈਗਾ। ਇਹ ਜਿਹੜਾ ਤੁਹਾਡਾ ਬਿੱਲ ਹੈ, ਤੁਹਾਨੂੰ ਵਾਪਸ ਲੈਣਾ ਪੈਣਾ। ਅਤੇ ਬੀਬਾ ਜੀ, ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਜੀ ਬਾਦਲ, ਟੋਟਲੀ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ। ਜਿੱਥੇ ਸਾਨੂੰ ਲੜਨਾ ਪਊਗਾ ਲੜਾਂਗੇ, ਜਿੱਥੇ ਸਾਨੂੰ ਕੁਰਬਾਨੀਆਂ ਦੇਣੀਆਂ ਕੁਰਬਾਨੀਆਂ ਦੇਵਾਂਗੇ। ਦੇ ਸਾਨੂੰ ਜੇਲ੍ਹਾਂ ਵੀ ਭਰਨੀਆਂ ਪਈਆਂ, ਅਸੀਂ ਜੇਲ੍ਹਾਂ ਵੀ ਭਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਬਿੱਲ ਵਾਪਸ ਸਰਕਾਰ ਨੂੰ ਲੈਣਾ ਹੀ ਪੈਣਾ। ਮੰਮਾ ਜੀ, ਜੇਕਰ ਸਭ ਕੁਝ ਹੀ ਪ੍ਰਾਈਵੇਟ ਹੋ ਗਿਆ, ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਆਪਣੇ ਮਤਲਬ ਦਾ ਰੇਟ ਲਾਣਗੇ, ਉਹ 'ਚ ਕਿਸਾਨ ਵੀ ਪਰੇਸ਼ਾਨ ਹੋਣਗੇ, ਤੇ ਕਿਸਾਨ ਆਪਣਾ ਕਿਸ ਤਰ੍ਹਾਂ ਝੋਨਾ ਜਾਂ ਕਿਵੇਂ ਕਣਕ ਉਹ ਆਪਣੀ ਵੇਚਿਆ ਕਰਨਗੇ? ਬਿਲਕੁਲ ਜੀ, ਮੈਂ ਤਾਂ ਉਹੀ ਕਹਿੰਦਾ ਕਿ ਕਿਸਾਨ ਕਟੋਰਾ ਲੈ ਕੇ ਘੁੰਮਿਆ ਕਰੂਗਾ ਦੁਕਾਨਾਂ ਦੇ, ਵਪਾਰੀਆਂ ਦੇ ਵਿੱਚ, ਇਹਨਾਂ ਦੇ ਮੈਨੇਜਰਾਂ ਵਿੱਚ। ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਦੇ ਕੰਪਨੀਆਂ ਦੇ। ਕਿਹਾ ਜੇ ਹੁਣ ਜੇ ਜੀਓ ਦੀ ਰਿਲਾਇੰਸ ਦੀ ਗੱਲ ਕਰੀਏ, ਜੀਓ ਪਹਿਲਾਂ ਕਿ ਲੋਕਾਂ ਨੂੰ ਫ੍ਰੀ ਦੇ ਵੰਡਿਆ, ਲੋਕਾਂ ਲੱਤਾ, ਲੋਕਾਂ ਨੂੰ ਕਿਹਾ ਵੀ ਤੁਸੀਂ ਫ੍ਰੀ ਯੂਜ਼ ਕਰੋ ਡਾਟਾ। ਆਖਰ ਕੀ ਆਇਆ, ਅੱਜ ਉਹੀ ਡਾਟਾ ਕਿੰਨਾ ਮਹਿੰਗਾ ਹੋ ਗਿਆ, ਅੱਗੇ ਜਾ ਕੇ ਹੋਰ ਮਹਿੰਗਾ ਹੋ ਜਾਣਾ। ਕਿਉਂ? ਇਹਨਾਂ ਦੀਆਂ ਵੱਡੀਆਂ ਕੰਪਨੀਆਂ ਦੀ ਇੱਕ ਪਾਲਿਸੀ ਆ ਵੀ ਪਹਿਲਾਂ ਇਹਨਾਂ ਨੂੰ ਆਦਤ ਲਾ ਦਿਓ, ਲੱਤ ਲਾ ਦਿਓ, ਗੁੰਮਰਾਹ ਕਰਕੇ, ਫਿਰ ਇਹਨਾਂ ਨੂੰ ਜਿਵੇਂ ਕਹਿੰਦੇ ਨਾ ਖੇਤ ਦੇ ਆਲੇ ਦੁਆਲੇ ਬਾੜ ਲਾ ਕੇ, ਉਹ ਖੇਤ ਨੂੰ ਹੀ ਬਾੜ ਖਾਣ ਲੱਗ ਗਈ। ਇਸ ਟਾਈਮ ਸਰਕਾਰਾਂ ਦੇਖੋ, ਮੈਂ ਸੈਂਟਰਸ ਗੌਰਮੈਂਟ ਮੋਦੀ ਜੀ ਨੂੰ ਗੱਲ ਕਹਾਂ ਵੀ ਜਿਹੜੀ ਸਰਕਾਰ ਹੁੰਦੀ ਹੈ ਲੋਕਾਂ ਦੀ ਹੁੰਦੀ ਹੈ, ਤੁਹਾਡੀ ਸਰਕਾਰ ਨਹੀਂ ਹੈਗੀ। ਤੇ ਤੁਸੀਂ ਸੋਚੋ, ਤਾਕਤ ਲੋਕਤੰਤਰ ਆ, ਤਾਕਤਵਰ ਲੋਕਤੰਤਰ ਆ, ਇੱਥੇ ਲੋਕ ਰਾਜ ਚੱਲਦਾ, ਨਾ ਕਿ ਸਰਕਾਰ ਅਤੇ ਮੰਤਰੀ ਸੰਤਰੀ ਦਾ ਰਾਜ ਨਹੀਂ ਚੱਲਦਾ। ਜੋ ਅੱਜ ਦੇ ਸਰਕਾਰਾਂ ਚੱਲਦੀਆਂ, ਦੇ ਸਰਕਾਰੀ ਨੌਕਰ ਨੇ, ਉਹ ਕਿਹਦੇ ਉੱਤੇ ਨੇ? ਇਹ ਸਾਡੇ ਟੈਕਸਾਂ ਉੱਤੇ ਨੇ। ਅਸੀਂ ਟੈਕਸ ਦੇਣ ਵਾਲੇ ਮਰ ਗਏ, ਅਤੇ ਸਾਨੂੰ ਖਵਾਉਣ ਵਾਲਾ ਅੰਨ ਦੇ ਦਾਤਾ ਦੇਣ ਵਾਲਾ ਮਰ ਗਿਆ, ਅਤੇ ਪਿੱਛੇ ਰਹਿ ਕੌਣ ਜਾਊਗਾ? ਇਹ ਮੇਰੇ ਹਿਸਾਬ ਨਾਲ ਜਿੱਥੇ ਤੱਕ ਅਸਲ ਦੇ ਵਿੱਚ ਜੋ ਮੇਰਾ ਦਿਲ ਕਹਿੰਦਾ, ਮੈਂ ਆਪਣਾ ਪਰਸਨਲੀ ਕਹਿਣਾ ਵੀ ਸਾਨੂੰ ਗੁਲਾਮ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਲਾਮ ਵੀ ਇਹਨਾਂ ਨੂੰ ਭੁੱਖੇ ਨੰਗੇ ਕਰਦੀ, ਇਹਨਾਂ ਨੂੰ ਆਪਣੇ ਅੰਡਰ ਕਰ ਲਈਏ, ਗੁਲਾਮ ਬਣਾ ਕੇ ਇਹਨਾਂ ਨੂੰ ਗੁਲਾਮੀ ਦੇ ਰਾਹ 'ਤੇ ਅੰਡਰ ਕੀਤਾ ਜਾਵੇ, ਜਿਵੇਂ ਅੰਗਰੇਜ਼ਾਂ ਨੇ ਕੀਤਾ ਜੀ। ਈਸਟ ਕੰਪਨੀਆਂ, ਉਹ ਪ੍ਰਾਈਵੇਟ ਕੰਪਨੀਆਂ ਸੀ, ਉਹ ਆ ਕੇ ਰਾਜ ਕਰ ਗਈ।
ਉਹੀ ਚੀਜ਼ ਸੇਮ ਹੀ ਉਹੀ ਪੈਟਰਨ ਦੇ ਉੱਤੇ ਹੀ ਕੰਮ ਹੋ ਰਿਹਾ। ਇਹ ਪੈਟਰਨ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਗਲਤ ਹੋ ਰਿਹਾ। ਮੈਂ ਬਾਰ-ਬਾਰ ਕਹਿ ਰਿਹਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਦਾਸ ਨੂੰ ਡਿਊਟੀ ਆ, ਪ੍ਰਧਾਨ ਆ ਮੈਂ, ਸਾਡੀ ਪਾਰਟੀ ਦਾ ਇੱਕੋ ਹੀ ਆ ਵੀ ਇਹ ਬਿੱਲ ਵਾਪਸ ਲਿੱਤਾ ਜਾਵੇ। ਇਹ ਕਿਸਾਨਾਂ ਦੇ ਹਿੱਤ 'ਚ ਬਿੱਲ ਨਹੀਂ ਹੈਗਾ, ਇਹ ਕਿਸਾਨ ਮਾਰੂ ਬਿੱਲ ਆ। ਇਸ ਬਿੱਲ ਨੂੰ ਜਲਦੀ ਤੋਂ ਜਲਦੀ ਵਾਪਸ ਦੇ। ਪ੍ਰਾਈਵੇਟ ਕੰਪਨੀਆਂ ਦੇ ਹੱਥ ਸਾਰਾ ਕੁਝ ਆ ਗਿਆ ਨਾ ਜੀ। ਮੈਂ ਗਰੰਟੀ ਕਹਿੰਦਾ ਅਸੀਂ ਸਾਰੇ ਹੀ ਉਹਨਾਂ ਦੇ ਪਿੱਛੇ ਇੱਕ ਕਟੋਰਾ ਲੈ ਕੇ ਕਿਸਾਨ ਘੁੰਮੂਗਾ, ਆਮ ਬੰਦਾ ਵੀ ਘੁੰਮੋ। ਤੁਸੀਂ ਆਟੇ ਦੀ ਗੱਲ ਕਰਦੇ ਹੋ, ਅੱਜ ਆਟੇ ਦੀ ਥੈਲੀ 250 ਰੁਪਏ 240 ਰੁਪਏ ਮਿਲਦੀ ਆ। ਆ ਦੂਸਰੀ ਜਿਹੜੀ ਆ ਇਹਨਾਂ ਦੀਆਂ ਆਟੇ ਦੀ ਜਿਹੜੀ ਐਡਾਂ ਦੀਆਂ ਉਹ 450 ਰੁਪਏ ਥੈਲੀ ਮਿਲਦੀ ਆ। ਮੈਂ ਗਰੰਟੀ ਨਾਲ ਕਹਿਣਾ ਤੁਸੀਂ ਆ ਬਿੱਲ ਪਾਸ ਤੋਂ ਬਾਅਦ ਜਿਹੜੇ ਕਾਨੂੰਨ ਲਾਗੂ ਹੋ ਜਾਣਾ ਨਾ, ਉਸ ਤੋਂ ਬਾਅਦ ਇਹ ਆਟੇ ਦੀ ਥੈਲੀ ਤੁਹਾਨੂੰ 600-700 ਰੁਪਏ ਦੀ ਗਰੰਟੀ ਨਾਲ ਮਿਲਣੀ ਆ। 100 ਰੁਪਏ ਕਿਲੋ ਆਟਾ, 70-80 ਰੁਪਏ ਕਿਲੋ ਦਾ ਆਮ ਆਟਾ ਹੋ ਜਾਣਾ ਤੁਹਾਨੂੰ। ਇਹ ਲੋਕਾਂ ਨੂੰ ਹਾਲੇ ਸਮਝ ਨਹੀਂ ਹੈਗੀ। ਜਦੋਂ ਲੋਕਾਂ ਨੇ ਇਹ ਮਿਲਣਾ ਸ਼ੁਰੂ ਹੋਣਾ ਨਾ ਦੁਕਾਨਾਂ 'ਤੇ ਹਾਹਾਕਾਰ ਮਚਣੀ ਵੀ ਆਹ ਕੀ ਹੋ ਗਿਆ, ਉਦੋਂ ਲੋਕਾਂ ਨੇ ਹਰ ਵਰਗ ਨੇ ਵੀ ਦੁਖੀ ਹੋਣਾ। ਪਰ ਮੈਂ ਹਰ ਵਰਗ ਨੂੰ ਇੱਕ ਬੇਨਤੀ ਕਰੂੰਗਾ, ਜਿਹੜੇ ਵੀ ਅੱਜ ਦਾ ਦੇ ਧਰਨਾ ਦੇਖਿਆ ਜਾਵੇ ਨਾ ਕਿਸਾਨਾਂ ਦਾ, ਪਾਰਟੀ ਵੱਲੋਂ ਵੀ ਜਿਹੜਾ ਕਿਸਾਨਾਂ ਸਾਡਾ ਵੀ ਕਿਸਾਨਾਂ ਨਾਲ ਧਰਨਾ ਸੀ, ਪਾਰਟੀ ਦਾ ਵੀ, ਹਰ ਵਰਗ ਜੁੜਿਆ ਆਪ ਉੱਠ ਕੇ ਆ ਕੇ ਨਾਲ ਬੈਠਾ। ਉਹ ਕਹਿੰਦੇ ਜੇ ਕਿਸਾਨ ਹੀ ਮਰ ਗਿਆ, ਸਾਡਾ ਅੰਨਦਾਤਾ ਹੀ ਮਰ ਗਿਆ ਸੀ ਤਾਂ ਪਹਿਲਾਂ ਹੀ ਮਰ ਜਾਣਾ। ਦੇਖੋ ਸਾਡਾ ਦੇਖੋ ਹਰ ਚੀਜ਼ ਬਿਨਾਂ ਇਨਸਾਨ ਰਹਿ ਸਕਦਾ, ਘੁੰਮਣ ਫਿਰੋਂ ਬਿਨਾਂ ਰਹਿ ਸਕਦਾ, ਸ਼ਾਪਿੰਗ ਬਿਨਾਂ ਰਹਿ ਸਕਦਾ, ਲੇਕਿਨ ਦੇ ਤੁਸੀਂ ਕਹੋ ਇਹ ਸਰੀਰ ਹੈ ਕੁਦਰਤ ਦਾ ਬਣਾਇਆ, ਇਹ ਖਾਏ ਬਿਨਾਂ ਇਹਨੂੰ ਜੋ ਚੀਜ਼ ਚਾਹੀਦੀ ਉਹ ਨਾ ਮਿਲੀ, ਇਹ ਵੀ ਖਤਮ ਹੋ ਜੂ। ਕਹਿਣ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਪ੍ਰਾਈਵੇਟ ਕੰਪਨੀਆਂ ਦੇ ਹੱਥ ਜੇ ਇਹ ਸਾਰਾ ਕੁਝ ਜਾਂਦਾ ਤੇ ਇਹ ਆਟਾ ਇੰਨਾ ਮਹਿੰਗਾ ਸਾਨੂੰ ਮਿਲਣਾ, ਸਾਡੇ ਹਾਲਾਤ ਬਹੁਤ ਮਾੜੇ ਹੋ ਜਾਣੇ ਆ। ਅੱਗੇ ਕਰਜ਼ੇ 'ਚ ਅਸੀਂ ਵਪਾਰੀ ਖਤਮ ਹੋ ਗਿਆ। ਲੋਕਡਾਊਨ ਦੇ ਵਿੱਚ ਤੁਹਾਡੇ ਸਾਹਮਣੇ ਕੀ ਹਾਲ ਆ, ਲੋਕੀ ਕਰਜ਼ਾਈ ਤਾਂ ਹੋ ਗਿਆ, ਲੋਕੀ ਆਤਮ ਹੱਤਿਆ ਤਾਂ ਕਰਨ ਲੱਗ ਗਏ ਆ। ਕਿਸਾਨ ਅੱਗੇ ਬਹੁਤ ਮਰਦਾ ਪਿਆ। ਇਹਨਾਂ ਨੇ ਕਹਿਣ ਦਾ ਮਤਲਬ ਇਹ ਵੀ ਜਿਹੜਾ ਬਚਿਆ ਕੁਚਿਆ ਕਿਸਾਨ ਆ ਉਹਨੂੰ ਵੀ ਮਾਰ ਕੇ ਡੈਡ ਕਰ ਦਈਏ, ਇੱਦਾਂ ਦੇ ਬਿੱਲ ਲਿਆ ਕੇ, ਤੇ ਬਾਕੀ ਜਿਹੜਾ ਵੀ ਹੈਗਾ ਕਹਿੰਦੇ ਆਪਣੀ ਹੁਕੂਮਤ ਚਲਾਈਏ। ਮੈਂ ਇੱਕ ਗੱਲ ਜ਼ਰੂਰ ਤੁਹਾਡੇ ਜ਼ਰੀਏ, ਇੱਕ ਮੀਡੀਆ ਜ਼ਰੀਏ ਕਹਿਣਾ ਚਾਹਾਂਗਾ, ਸਰਕਾਰਾਂ ਨੂੰ, ਹਿਟਲਰ ਸਰਕਾਰਾਂ ਨੂੰ ਵੀ ਨਾ ਤਾਂ ਰਾਜ ਰਾਵਣ ਦਾ ਰਿਹਾ, ਨਾ ਕੰਸ ਰਿਹਾ, ਤੇ ਨਾ ਹੀ ਰਿਹਾ ਹਿਟਲਰ, ਤੇ ਨਾ ਹੀ ਰਾਜਾ ਸਿਕੰਦਰ ਰਿਹਾ। ਵੱਡੇ ਰਾਜੇ ਹੋਏ ਸਭ ਆ ਕੇ ਜ਼ਮੀਨ ਦੇ ਵਿੱਚ ਹੀ ਦਫਨ ਹੋਏ ਨੇ। ਤੇ ਮੈਂ ਇੱਕ ਮੁੜਦੀ ਸਰਕਾਰਾਂ ਨੂੰ ਵੀ ਕਹਾਂ, ਜ਼ਾਲਮ ਸਰਕਾਰਾਂ ਨੂੰ ਵੀ ਕਹਾਂ ਵੀ ਇੱਦਾਂ ਦੇ ਜ਼ਾਲਮ ਕਾਨੂੰਨ ਨਾਲ ਰਾਜੇ ਮਹਾਰਾਜੇ ਨਹੀਂ ਰਹੇ, ਤੇ ਤੁਹਾਡੀ ਵੀ ਵਾਰੀ ਹੋਈ ਜਾਣੀ ਹੈ। ਤੁਹਾਨੂੰ ਵੀ ਦੋ ਸਰਕਾਰਾਂ ਨੇ ਆਉਣ ਵਾਲੇ ਟਾਈਮ 'ਚ ਇਹ ਲੋਕਾਂ ਨੇ ਸੁਣਾ ਦੇਣਾ, ਤੁਹਾਨੂੰ ਦੱਸ ਦੇਣਾ, ਤੁਹਾਡੀਆਂ ਸਰਕਾਰਾਂ ਖਤਮ ਕਰ ਦੇਣੀਆਂ। ਹੁਣ ਵੀ ਆਵਾਜ਼ ਆ ਜਾਓ। ਇਹ ਅੰਨਦਾਤੇ ਦੇ ਉੱਤੇ ਤੁਸੀਂ ਜਿਹੜੇ ਕਿਰਪਾਨ ਰੱਖਤੀ ਨਾ, ਫਾਂਸੀ ਵਾਲਾ ਫੰਦਾ ਪਾਉਣ ਲੱਗੇ ਹੋ, ਇਹਨੂੰ ਆਪਣੇ ਵਾਪਸ ਲਓ, ਨਹੀਂ ਤਾਂ ਆਉਣ ਵਾਲਾ ਟਾਈਮ ਕਾਲੇ ਦਿਨਾਂ ਵਰਗਾ ਟਾਈਮ ਹੋ ਜਾਊਗਾ। ਭੁੱਖੇ ਮਰਨਗੇ ਲੋਕੀ, ਦੇ ਅੰਨਦਾਤਾ ਹੀ ਸਾਡਾ ਮਰ ਗਿਆ। ਮੈਂ ਫੇਰ ਵਾਰ-ਵਾਰ ਬੇਨਤੀ ਤੁਹਾਡੇ ਚੈਨਲ ਰਾਹੀਂ ਕਰਦਾ ਵੀ ਇਹ ਜਿਹੜਾ ਬਿੱਲ ਆ, ਕਿਸਾਨ ਵਿਰੋਧੀ ਬਿੱਲ ਆ, ਕਾਤਲ ਬਿੱਲ ਆ, ਇਹਨੂੰ ਵਾਪਸ ਲਿੱਤਾ ਜਾਵੇ। ਪੰਮਾ ਜੀ, ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜੇਕਰ ਇਹ ਕਿਤੇ ਆਰਡੀਨੈਂਸ ਪਾਸ ਹੋ ਗਿਆ, ਬਿੱਲ ਪਾਸ ਹੋ ਗਿਆ, MSP ਮੰਡੀਕਰਨ ਸਾਰਾ ਕੁਝ ਹੀ ਖਤਮ ਹੋ ਜਾਊਗਾ? ਟੋਟਲੀ ਹੈ ਜੀ। ਆੜਤੀਆ ਦੇਖੋ, ਜਿਹੜਾ ਕਿਸਾਨ ਆ ਉਹ ਆੜਤੀਆ ਬੈਠਾ ਉੱਥੇ, ਉਹ ਕਿਸਾਨ ਦੇ ਘਰੇ ਦੁੱਖ ਆ, ਕੋਈ ਸੁੱਖ ਆ, ਕੋਈ ਵਿਆਹ ਸ਼ਾਦੀ ਆ, ਉਹ ਜਦੋਂ ਚਾਹਵੇ ਫਸਲ ਵੀ ਨਹੀਂ ਦਿੱਤੀ ਤੇ ਆੜਤੀਏ ਕੋਲ ਜਾ ਕੇ ਪੈਸੇ ਫੜ ਲਿਆਂਦਾ। ਤੁਸੀਂ ਸਾਰੇ ਇਸ ਚੀਜ਼ ਨੂੰ ਵਾਕਫ ਹੋ। ਕਿਸਾਨ ਜਾ ਕੇ ਭੱਜ ਕੇ, ਜੇ ਨਹੀਂ ਵੀ ਉਹਦੇ ਕੋਲ ਫਸਲ ਆਏਗੀ, ਨਹੀਂ ਵੀ ਪੈਸਾ ਲੈਣਾ, ਤਾਂ ਵੀ ਆੜਤੀਏ ਕੋਲ ਜਾ ਕੇ ਪੈਸਾ ਲਿਆਣੇ, ਕਿਉਂ? ਆੜਤੀਏ 'ਤੇ ਇੱਕ ਵਿਸ਼ਵਾਸ ਆ, ਆੜਤੀਏ ਨੂੰ ਕਿਸਾਨਾਂ 'ਤੇ ਵਿਸ਼ਵਾਸ ਆ, ਕਿਸਾਨਾਂ ਨੂੰ ਆੜਤੀਏ 'ਤੇ ਵਿਸ਼ਵਾਸ। ਅਤੇ ਦੇਖ ਜੀ ਪ੍ਰਾਈਵੇਟ ਹੱਥਾਂ 'ਤੇ ਚਲੇਗੀ ਮੇਰੇ ਵੀਰ ਜੀ, ਕਿਹੜੇ ਮੈਨੇਜਰਾਂ ਨੂੰ ਅਤੇ ਕਿਹੜਾ ਕਟੋਰਾ ਲਾ ਕੇ ਲੱਭੂਗਾ ਕਿਸਾਨ? ਤੁਸੀਂ ਆਪ ਦੱਸੋ। ਮੈਂ ਕਹਿੰਦਾ ਇਹ ਸਾਫ਼ ਸਾਹਮਣੇ ਦਿਖ ਰਿਹਾ ਵੀ ਉਹ ਇੱਕ ਕਿਸਾਨ ਜਿਹੜਾ ਆਪਣੀ ਸਾਡਾ ਢਿੱਡ ਭਰਨ ਲਈ ਆ, ਉਹ ਇੱਕ ਪ੍ਰਾਈਵੇਟ ਕੰਪਨੀ ਦੇ ਇੱਕ ਮੈਨੇਜਰ ਦੇ ਮੂਹਰੇ ਇੱਕ ਕਟੋਰਾ ਲੈ ਕੇ ਖੜਾ ਵੀ ਮੇਰੀ ਧੀ ਦਾ ਵਿਆਹ ਹੈ, ਵੀ ਮੇਰੇ ਕੋਲ ਇਸ ਟਾਈਮ ਪੈਸਾ ਨਹੀਂ, ਮੈਨੂੰ ਪੈਸਾ ਦੇ ਦਿਓ। ਅਤੇ ਉਹ ਕਹਿੰਦਾ ਵੀ ਤੇਰਾ ਕੋਈ ਅਸੀਂ ਦੇਣਾ ਹੀ ਹੈ ਨਹੀਂ। ਜਦੋਂ ਦੇਣਾ ਹੀ ਹੈ ਨਹੀਂ, ਮੈਂ ਤੈਨੂੰ ਕਿੱਥੋਂ ਦੇਣਾ? ਲੇਕਿਨ ਆੜਤੀਏ ਦੇ ਰੂਪ ਦੇ ਵਿੱਚ ਜੇ ਕਿਸਾਨ ਜਾਵੇ, ਜਦੋਂ ਚਾਹਵੇ ਦੁੱਖ ਸੁੱਖ 'ਚ ਉਹਦਾ ਸਾਥੀ ਬਣ ਕੇ ਉਹਨੂੰ, ਮਤਲਬ ਉਹਦੀ ਪੈਸੇ ਦੀ ਜਿਹੜੀ ਉਹਨੂੰ ਜ਼ਰੂਰਤ ਹੁੰਦੀ, ਕੋਈ ਵੀ ਚੀਜ਼ ਦੀ ਜ਼ਰੂਰਤ ਆ, ਉਹ ਦਿੰਦਾ। ਵਿਸ਼ਵਾਸ ਬਣਿਆ ਹੋਇਆ ਦੇ ਕੇ ਦੇ ਕੜਾਈ ਪ੍ਰਾਈਵੇਟ ਕੰਪਨੀਆਂ ਹੱਥ ਆ ਗਿਆ। ਅਤੇ ਮੈਂ ਗਰੰਟੀ ਜੀ ਕਹੂੰਗਾ ਪ੍ਰੀਤ ਜੀ, ਇਹ ਜਿਹੜਾ ਸਾਡਾ ਕਿਸਾਨ ਆ, ਇਹ ਵਿਚਾਰੇ ਹੱਥ ਕਟੋਰਾ ਮੌਜੂਦਾ ਸਰਕਾਰਾਂ ਨੇ ਫੜਾ ਦੇਣਾ। ਦੇਖੋ ਜੀ, ਜੇਕਰ ਮੰਡੀਕਰਨ ਹੀ ਖਤਮ ਹੋ ਗਿਆ, ਆੜਤੀਆ ਵੀ ਖਤਮ ਹੋ ਗਿਆ, ਜੱਟ ਦੇ ਘਰੇ ਕੋਈ ਦੁੱਖ, ਕੋਈ ਸੁੱਖ, ਕੋਈ ਵਿਆਹ, ਕੁਛ ਵੀ ਆਂਦਾ, ਜੱਟ ਕਿੱਥੇ ਜਾਂਦਾ? ਆੜਤੀਏ ਕੋਲੇ। ਬਿਲਕੁਲ, ਆੜਤੀਏ ਕੋਲੇ ਜਾਂਦਾ ਜੀ। ਉਹਨੂੰ ਜਿੰਨੀ ਲੋੜ ਹੁੰਦੀ ਆ ਆੜਤੀਏ ਤੋਂ ਆਪਣੀ ਪੈਸੇ ਲੈ ਆਉਂਦਾ ਆ। ਅਤੇ ਜੇਕਰ ਇਹ ਸਾਰਾ ਕੁਛ ਹੀ ਖਤਮ ਹੋ ਗਿਆ ਤੇ ਜੱਟ ਦਾ ਤਾਂ ਸਮਝ ਲਓ ਵੀ ਘਰ ਚੱਲਣਾ ਵੀ ਮੁਸ਼ਕਲ ਹੋ ਜਾਊਗਾ, ਦਾਲ ਰੋਟੀ ਵੀ ਜੱਟ ਦੀ ਬੰਦ ਹੋ ਜਾਊਗੀ। ਤੁਹਾਨੂੰ ਨਹੀਂ ਲੱਗਦਾ ਜੀ? ਬਿਲਕੁਲ ਜੀ, ਬਿਲਕੁਲ। ਮੈਂ ਉਹੀ ਬਾਰ-ਬਾਰ ਕਟੋਰਾ ਹੱਥ 'ਚ ਕਟੋਰਾ ਫੜਾਉਣ ਵਾਲਾ ਕਾਨੂੰਨ ਆ ਜੀ ਇਹ। ਕਿਸਾਨ ਤਾਂ ਮਰ ਜੂ, ਕਿਸਾਨ ਤਾਂ ਵੈਸੇ ਵੀ ਪਹਿਲਾਂ ਹੀ ਮਰਦਾ ਪਿਆ ਵਿਚਾਰਾ। ਅਤੇ ਜਿਹੜਾ ਆਤਮ ਹੱਤਿਆ ਤੁਹਾਡੇ ਸਾਹਮਣੇ ਰੋਜ਼ ਅਖਬਾਰਾਂ 'ਚ ਆਉਂਦਾ। ਅਤੇ ਜਿਹੜਾ ਹੁਣ ਥੋੜ੍ਹਾ ਜਿਹਾ ਕਹਿੰਦੇ ਜਿਹੜਾ ਕੈਲਕੂਲੇਸ਼ਨ ਮੌਤ ਦੀ ਆ, ਉਹ ਇਹ ਸਰਕਾਰਾਂ ਮੌਜੂਦਾ ਚਾਹੁੰਦੀਆਂ ਵੀ ਹੋਰ ਵੱਧ ਜਾਵੇ। ਆਪ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਕਿਸਾਨਾਂ ਦੇ ਗਲਾਂ 'ਚ ਫਾਂਸੀ ਦਾ ਫੰਦਾ ਪਾਉਣ ਲੱਗੀਆਂ ਹੋਈਆਂ। ਹੁਣ ਤੁਸੀਂ ਆਹ ਦੇਖ ਲਓ, ਇਸ ਟਾਈਮ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਕੈਪਟਨ ਆ।
ਜਦ ਕਿ ਖੁਦ ਉੱਥੇ ਸਾਈਨ ਕਰਕੇ ਆਏ ਹੈ। ਖੁਦ ਦੇਖੋ ਹੁਣ ਇੱਕ ਦੇਖੋ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਮੌਜੂਦਾ ਕਾਂਗਰਸ ਸਰਕਾਰ ਬਿੱਲ ਲਿਆਈ ਸੀ ਇਹ, ਅਤੇ ਉਦੋਂ ਰਾਜ ਸਭਾ ਉਹਦੇ 'ਚ ਵਿਧਾਨ ਸਭਾ ਦੇ ਵਿੱਚ ਸੁਸ਼ਮਾ ਸਵਰਾਜ ਜੀ ਬੀਜੇਪੀ ਦੇ ਮੰਤਰੀ MP ਸਾਹਿਬ ਕੀ ਕਹਿ ਰਹੇ ਨੇ ਵੀ ਇਹ ਜਿਹੜਾ ਬਿੱਲ ਆ ਬਿਲਕੁਲ ਗਲਤ ਆ, ਕਿਸਾਨ ਵਿਰੋਧੀ ਆ, ਕਿਸਾਨ ਮਾਰੂ ਬਿੱਲ ਆ। ਉਹ ਆਪਣੇ ਬਿਆਨ ਕਹਿ ਰਹੇ ਨੇ, ਉਹ ਵੀਡੀਓ ਸਾਡੇ ਕੋਲ ਅੱਜ ਵੀ ਪਈ ਹੈ। ਅਤੇ ਅੱਜ ਉਹੀ ਬਿੱਲ ਦਾ ਵਿਰੋਧ ਕੌਣ ਕਰ ਰਹੀ ਹੈ? ਇੱਕ ਕਾਂਗਰਸ ਦਾ ਇੱਕ ਕੈਪਟਨ ਸਾਹਿਬ ਸਾਈਨ ਕਰਕੇ ਆਉਂਦੇ ਆ, ਪੰਜਾਬ 'ਚ ਆ ਕੇ ਵਿਰੋਧ ਕਰਨ ਲੱਗ ਜਾਂਦੇ ਆ। ਇਹਦਾ ਮਤਲਬ ਦੋਨਾਂ ਦੀ ਮਿਲੇ ਭੁਗਤ ਦੇ ਨਾਲ ਸਭ ਕੁਝ ਡਰਾਮਾ ਰਚ ਰਿਹਾ। ਕਹਿਣ ਦਾ ਮਤਲਬ ਇਹ ਹੈ ਵੀ ਕਿਸਾਨ ਦੇ ਹੱਕਾਂ ਲਈ ਤੁਸੀਂ ਕੈਪਟਨ ਸਾਹਿਬ ਨਾਅਰਾ ਮਾਰਦੇ ਪਏ ਹੋ, ਕਦੇ ਕਹਿੰਦੇ ਅਸੀਂ ਇੱਦਾਂ, ਕਦੇ ਕਹਿੰਦੇ ਕਿਸਾਨ ਦੇ ਹੱਕ 'ਚ, ਫਿਰ ਤੁਸੀਂ ਕਿਸਾਨ ਦੇ ਫਿਰ ਉੱਥੇ ਜਾ ਕੇ ਸਾਈਨ ਕਰਕੇ ਆਉਂਦੇ ਹੋ। ਤੁਸੀਂ ਪਾਸ ਦੇ ਵਿੱਚੋਂ ਹਰ ਚੀਜ਼ ਉਤੋਂ ਤੁਸੀਂ ਕਿਸਾਨ ਦੇ ਵਿਰੋਧੀ ਦੇ ਵਿੱਚ, ਕਿਸਾਨ ਦੇ ਹੱਕ ਦੇ ਵਿੱਚ ਕਹਿੰਦੇ ਹੋ ਜੀ ਪੰਜਾਬ ਦੇ ਵਿੱਚ ਅਸੀਂ ਰੈਲੀਆਂ ਕੱਢਦੇ ਪਏ ਹਾਂ। ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਟੋਟਲੀ ਕਿਸਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ। ਜਿਹੜੀ ਪੰਜਾਬ ਸਰਕਾਰ ਆ ਕਾਂਗਰਸ ਦੀ ਉਹ ਵੱਖਰਾ ਗੁੰਮਰਾਹ ਕਰਨ ਲੱਗੀ ਹੈ, ਜਿਹੜੀ ਸੈਂਟਰ ਸਰਕਾਰ ਆ ਉਹ ਵੱਖਰਾ ਗੁੰਮਰਾਹ ਕਰ ਰਹੇ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੇ ਵੀ ਜਿਹੜਾ ਕਿਸਾਨ ਆ, ਜੱਟ ਆ, ਇਹ ਭੋਲਾ ਜ਼ਰੂਰ ਹੁੰਦਾ ਪਰ ਕਮਲਾ ਨਹੀਂ ਹੁੰਦਾ। ਇਹਨੂੰ ਪਤਾ ਹੈ ਵੀ ਤੁਸੀਂ ਇਹ ਗਲਤ ਹੈ। ਭੋਲਾਪਨ 'ਚ ਇਹ ਕੀ ਆ, ਹਰ ਕਿਸੇ ਲਈ ਦਇਆਵਾਨ ਆ, ਕਿਉਂ ਅੰਨਦਾਤਾ ਕਿਹਾ ਗਿਆ ਨਾ, ਰੱਬ ਨੇ ਇਹਨੂੰ ਅੰਨਦਾਤਾ ਦਿੱਤਾ। ਜਿਹੜਾ ਅੰਨਦਾਤਾ ਹੁੰਦਾ ਨਾ ਉਹ ਰੱਬ ਦੇ ਬਰਾਬਰ ਹੁੰਦਾ, ਜੇ ਰੱਬ ਦੇ ਸਮਾਨ ਹੋਊਗਾ ਨਾ ਉਹ ਹਮੇਸ਼ਾ ਹੀ ਦਇਆਵਾਨ ਹੁੰਦਾ। ਜਿਹੜਾ ਕਿਸਾਨ ਆ ਅਤੇ ਜੱਟ ਆ, ਜ਼ਿਮੀਂਦਾਰ, ਇਹ ਅੰਨਦਾਤਾ, ਇਹ ਬਹੁਤ ਦਇਆਵਾਨ ਆ। ਲੇਕਿਨ ਜ਼ਾਲਮਾਂ ਕਿਉਂ? ਜ਼ਾਲਮ ਕੌਣ ਆ? ਸਰਕਾਰਾਂ ਬਣ ਗਿਆ। ਜ਼ਾਲਮ ਬਣਾ ਕੇ ਬੇੜੀ 'ਚ ਬੰਦ ਕਰਕੇ ਉਹਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਕਿਸਾਨ ਉੱਤੇ। ਅਤੇ ਇਸ ਕਰਕੇ ਮੈਂ ਫਿਰ ਬਾਰ-ਬਾਰ ਤੁਹਾਡੇ ਚੈਨਲ ਰਾਹੀਂ ਕਹਾਂ ਵੀ ਜਿਹੜਾ ਕਿਸਾਨ ਵਿਰੋਧੀ ਮਾਰੂ ਬਿੱਲ ਆ ਇਹਨੂੰ ਵਾਪਸ ਲਿੱਤਾ। ਕੈਪਟਨ ਸਾਹਿਬ ਨੂੰ ਵੀ ਬੇਨਤੀ ਕਰਾਂ, ਕੈਪਟਨ ਸਾਹਿਬ ਸਿਰਫ ਤੁਸੀਂ ਜਿਹੜੀਆਂ ਗੱਲਾਂ ਕਿਸਾਨ ਦੀਆਂ ਕਰਦੇ ਹੋ, ਤੁਸੀਂ ਆਪਣੇ ਵਾਅਦੇ ਵਿੱਚ ਇਹ ਲਿਖਿਆ ਸੀ ਵੀ ਮੈਂ ਕਿਸਾਨਾਂ ਦਾ ਕਰਜ਼ਾ ਮਾफ़ ਕਰੂੰਗਾ। ਉਹ ਜਦੋਂ ਤੁਸੀਂ ਉੱਥੇ ਝੂਠ ਬੋਲ ਕੇ ਮੁੱਕਰ ਗਏ ਹੋ, ਤੁਸੀਂ ਸਾਰੇ ਪੰਜਾਬ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਆਪਣੀ ਸਰਕਾਰ ਬਣਾ ਲਈ ਹੋ। ਆਹ ਤੁਸੀਂ ਨਵਾਂ ਹੀ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਸੱਚ ਦੇ ਉੱਤੇ ਆਓ, ਕਿਸਾਨਾਂ ਦੇ ਨਾਲ ਖੜੀਏ। ਕਿਸਾਨਾਂ ਨੂੰ ਆਪਣੀ ਸਾਰੀਆਂ ਸਰਕਾਰਾਂ ਨੂੰ ਇੱਕ ਬੇਨਤੀ ਹੈ ਵੀ ਨਾਲ ਖੜ ਕੇ ਜਿਹੜਾ ਬਿੱਲ ਆ ਇਹਦਾ ਵਿਰੋਧ ਕਰਕੇ ਇਹਨੂੰ ਵਾਪਸ ਕਰਾਈਏ ਅਤੇ ਕਿਸਾਨਾਂ ਦੇ ਹੱਕ 'ਚ ਖੜ ਕੇ ਅੰਨਦਾਤਾ ਨੂੰ ਅੱਜ ਅਸੀਂ ਸਾਰੇ ਮਿਲ ਕੇ ਬਚਾਈਏ। ਮੰਮਾ ਜੀ, ਜੇਕਰ ਇਹ ਆਰਡੀਨੈਂਸ ਵਾਪਸ ਨਾ ਹੋਇਆ ਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪਾਰਟੀ ਅੱਗੇ ਕੈਸਾ ਸੰਘਰਸ਼ ਕਰਨ ਜਾ ਰਹੀ ਹੈ? ਬਿਲਕੁਲ ਜੀ, ਬੜੇ ਤੌਰ 'ਤੇ ਸੰਘਰਸ਼ ਕਰਾਂਗੇ ਜੀ। ਕਿਸਾਨਾਂ ਦੇ ਹੱਕ 'ਚ ਖੜੇ ਆ। ਗੱਲ ਇਹ ਅੱਜ ਲਾਲਚ ਦੀ ਹੈਗੀ, ਸਾਨੂੰ ਕੋਈ ਵੋਟ ਬੈਂਕ ਦੀ ਲਾਲਚ ਨਹੀਂ ਹੈਗੀ। ਕਈ ਬੰਦੇ ਸੋਚਦੇ ਨੇ ਨਾ ਅਸੀਂ ਕਿਸਾਨਾਂ ਦੇ ਹੱਕ 'ਚ, ਸਾਨੂੰ ਇੰਨਾ ਪਤਾ ਜੇ ਕਿਸਾਨ ਹੀ ਨਹੀਂ ਬਚੇ ਸਾਡਾ ਵਜੂਦ ਕੀ ਰਹਿਣਾ। ਬਿਲਕੁਲ ਪੱਕਾ ਪੂਰਾ ਡਟ ਕੇ ਵਿਰੋਧ ਕਰਾਂਗੇ। ਜੇ ਠੀਕ ਹੈ ਬੀਜੇਪੀ ਨਾਲ ਸਾਡੀ ਇੱਥੇ ਭਾਈਵਾਲ ਹੈਗੀ ਆ, ਪਰ ਕਹਿਣ ਦਾ ਮਤਲਬ ਜੇ ਦੋ ਭਰਾ ਘਰ 'ਚ ਰਹਿੰਦੇ ਇਹਦਾ ਮਤਲਬ ਕਿ ਦੋਨਾਂ ਹੀ ਲਾਗੇ ਸੋਚ ਆ। ਲੇਕਿਨ ਉਹ ਘਰ ਖਰਾਬ ਨਹੀਂ ਹੋਣਾ ਚਾਹੀਦਾ। ਹਰ ਬੰਦੇ ਨੂੰ ਜਿਸ ਘਰ ਦੇ ਵਿੱਚ, ਜਿਸ ਘਰ 'ਚ ਗਲਤ ਕੰਮ ਹੁੰਦਾ ਹੋਵੇ, ਜੇ ਉਸ ਘਰ ਦੇ ਵਿੱਚ ਆਵਾਜ਼ ਨਾ ਉੱਠੇ ਤੇ ਉਹ ਘਰ ਤਬਾਹ ਹੋ ਜਾਂਦਾ। ਇਹਦਾ ਮਤਲਬ ਇਹ ਨਹੀਂ ਹੈਗਾ ਭਾਈਵਾਲ ਆ ਅਤੇ ਅਸੀਂ ਜੇ ਗਲਤ ਕਰਨਗੇ ਅਸੀਂ ਇਹਨਾਂ ਦੀ ਗਲਤ ਨੀਤੀਆਂ 'ਤੇ ਚੱਲਾਂਗੇ, ਨਹੀਂ। ਬਿਲਕੁਲ ਵਿਰੋਧ ਕਰਾਂਗੇ, ਆਖਰੀ ਦਮ ਤੱਕ ਕਰਾਂਗੇ। ਕਿਸਾਨਾਂ ਦੇ ਹੱਕ 'ਚ ਖੜੇ ਆ, ਕਿਸਾਨਾਂ ਨੂੰ ਇਨਸਾਫ ਦਿਵਾਵਾਂਗੇ, ਇਹ ਬਿੱਲ ਵਾਪਸ ਦਿਲਵਾਵਾਂਗੇ। ਸਾਡਾ ਅੰਨਦਾਤਾ ਹੈ, ਅੰਨਦਾਤਾ ਦੇ ਹਰ ਟਾਈਮ ਅਸੀਂ ਨਾਲ ਖੜੇ ਆ। ਜਿੱਥੇ ਸਾਨੂੰ ਮੋਰਚਾ ਲਾਣਾ ਪਊਗਾ ਤੇ ਦਿੱਲੀ ਵੀ ਲਾਣਾ ਪਊਗਾ, ਅਸੀਂ ਡਟ ਕੇ ਉੱਥੇ ਜਾ ਕੇ ਵੀ ਸੰਘਰਸ਼ ਕਰਾਂਗੇ। ਕਿਸਾਨਾਂ ਦੇ ਹੱਕ ਲਈ ਖੜੇ ਆ, ਆਖਰੀ ਦਮ ਤੱਕ ਖੜਾਂਗੇ, ਆਖਰੀ ਸਾਹਾਂ ਤੱਕ ਅਸੀਂ ਕਿਸਾਨਾਂ ਦੇ ਲਈ ਖੜੇ। ਪੰਮਾ ਜੀ, ਅੱਜ ਦੇਖੋ 25 ਤਰੀਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਪਾਰਟੀਆਂ ਨੇ ਆਪਣੇ ਆਪਣੇ ਤੌਰ 'ਤੇ ਧਰਨੇ ਵੀ ਲਾਏ। ਅਸੀਂ ਦੇਖਿਆ ਕਿ ਅਕਾਲੀ ਦਲ ਨੇ ਆਪਣੇ ਝੰਡੇ ਲਾਏ ਹੋਏ ਸੀ, ਸ਼੍ਰੋਮਣੀ ਅਕਾਲੀ ਦਲ ਦੇ, ਅਤੇ ਕਿਸਾਨ ਦਾ ਕੋਈ ਝੰਡਾ ਸਾਨੂੰ ਨਹੀਂ ਦਿਖਾਈ ਦਿੱਤਾ। ਕਾਂਗਰਸ ਨੇ ਆਪਣੇ ਲਾਏ ਹੋਏ ਸੀ, ਕਿਸਾਨ ਦਾ ਕੋਈ ਨਹੀਂ ਦਿੱਤਾ ਜੀ। ਉੱਥੇ ਨਾਅਰੇ ਵੀ ਅਸੀਂ ਗੂੰਜਦੇ ਸੁਣੇ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਾਂ ਕਾਂਗਰਸ ਜਿੰਦਾਬਾਦ, ਕਿਤੇ ਕਿਸਾਨ ਦਾ ਨਾਅਰਾ ਨਹੀਂ ਲੱਗਿਆ। ਉਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਵੀ ਆਪਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨ ਦੇ ਹੱਕ 'ਚ ਨਹੀਂ ਖੜਨਾ ਚਾਹੀਦਾ ਸਾਰਿਆਂ ਨੂੰ? ਬਿਲਕੁਲ ਅਸੀਂ ਤਾਂ ਕਹਿੰਦੇ ਕਿਸਾਨ ਦਾ ਨਾਅਰਾ ਸੀ, ਕਿਸਾਨ ਦੇ ਨਾਅਰੇ 'ਚ ਹੀ ਹੋਣਾ ਚਾਹੀਦਾ। ਅਸੀਂ ਪਰ ਉੱਥੇ ਸਾਡਾ ਜਿਹੜਾ ਈਸਟ ਦੇ ਵਿੱਚ ਧਰਨਾ ਲੱਗਿਆ ਸਰਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਲੱਗਿਆ ਸੀ। ਉੱਥੇ ਸਰਨਜੀਤ ਸਿੰਘ ਜੀ ਢਿੱਲੋਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਪੈਸ਼ਲ ਕਹਿਤਾ ਸੀ ਵੀ ਕਿਸੇ ਪਾਰਟੀ ਦਾ ਨਾਅਰਾ ਨਹੀਂ ਲੈਣਾ, ਕਿਸੇ ਪ੍ਰਧਾਨ ਦਾ ਨਾਅਰਾ ਨਹੀਂ ਲੈਣਾ। ਜੇ ਨਾਅਰਾ ਲੱਗੂਗਾ ਅਤੇ ਕਿਸਾਨ ਦਾ ਨਾਅਰਾ ਲੱਗੂਗਾ। ਅਸੀਂ ਕਿਸਾਨ ਦੇ ਹੀ ਨਾਅਰੇ ਲੈ। ਜੇ ਕੋਈ ਕਿਸਾਨ ਨੂੰ ਉਜਾੜੂਗਾ ਅਸੀਂ ਕਹਿੰਦੇ ਉਹ ਆਪ ਉਜੜੂਗਾ। ਸਾਡੇ ਉੱਥੇ ਇੱਦਾਂ ਦੇ ਨਾਅਰੇ ਸੀਗੇ। ਦੇ ਕੋਈ ਲਾਂਦਾ ਪਾਰਟੀ, ਮੈਂ ਬੇਨਤੀ ਫਿਰ ਦੁਬਾਰਾ ਤੁਹਾਡੇ ਚੈਨਲ ਰਾਹੀਂ ਕਰਦਾ, ਪਾਰਟੀਆਂ ਨੂੰ ਵੀ ਬੇਨਤੀ ਹੋਣਾ, ਇਹ ਕਿਸਾਨ ਦੇ ਹੱਕ ਦੇ ਵਿੱਚ ਆਪਾਂ ਲੜਦੇ ਪਏ ਹਾਂ। ਕਿਸਾਨ ਦਾ ਹੀ ਨਾਅਰਾ ਹੈ, ਕਿਸਾਨ ਨੂੰ ਹੀ ਬਚਾਉਣਾ ਅਤੇ ਕਿਸਾਨ ਦੀ ਹੱਕ ਦੀ ਗੱਲ ਕਰੋ। ਫਿਲਹਾਲ ਪਾਰਟੀਬਾਜ਼ੀ ਜਿਹੜੀ ਹੈ, ਮੈਂ ਵੀ ਤੁਹਾਡੇ ਚੈਨਲ ਰਾਹੀਂ ਕਹਾਂ ਵੀ ਪਾਰਟੀਬਾਜ਼ੀ ਭੁੱਲ ਕੇ ਕਿਸਾਨਾਂ ਦੇ ਹੱਕ ਵਿੱਚ ਆਓ। ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨੂੰ ਇਨਸਾਫ, ਹਰ ਪਾਰਟੀ ਨੂੰ ਇਨਸਾਫ ਦਿਵਾਉਣਾ ਚਾਹੀਦਾ। ਬਾਕੀ ਦੇ ਕਾਂਗਰਸ ਦੀ ਗੱਲ ਕਰੀਏ ਨਾ ਜੀ ਪ੍ਰੀਤ ਜੀ, ਉਹ ਤਾਂ ਇੱਕ ਡਰਾਮਾ, ਤੁਹਾਨੂੰ ਵੀ ਪਤਾ। 2017 'ਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿੰਨੇ ਝੂਠੇ ਵਾਅਦੇ ਕੀਤੇ, ਮੈਂ ਮੋਬਾਈਲ ਦੇ ਦੂੰ, ਮੈਂ ਨੌਕਰੀਆਂ ਦੇ ਦੂੰ। ਅੱਜ ਦੇ ਨੌਕਰੀ ਕਿਸੇ ਨੂੰ ਮਿਲੀ ਕੋਈ ਪੰਜਾਬ ਦੇ ਵਿੱਚ? ਭਾਜੀ ਖੋਈਆਂ ਗਈਆਂ।
ਕਿਸੇ ਨੂੰ ਫਿਰ ਇਹਦਾ ਮਤਲਬ ਇਹ ਸਿਰਫ ਇੱਕ ਝੂਠ ਦਾ ਕਾਂਗਰਸ ਦਾ ਜਿਹੜਾ ਪਲੰਦਾ ਨਾ, ਇਹ ਸਿਰਫ ਫਾਰਮੈਲਿਟੀ ਸਰਕਾਰ ਆ, ਝੂਠ ਬੋਲ ਰਹੀ ਆ। ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ, ਅਸੀਂ ਹਿੱਕ ਠੋਕ ਕੇ ਕਹਿੰਦੇ ਆ, ਅਸੀਂ ਕਿਸਾਨਾਂ ਦੀ ਪਾਰਟੀ ਆ, ਕਿਸਾਨਾਂ ਦੇ ਨਾਲ ਖੜ੍ਹੇ ਆ। ਦੇ ਕੋਈ ਝੰਡੇ ਦੀ ਗੱਲ ਹੋਈ ਆ, ਸਾਡੇ ਕੋਲ ਤਾਂ ਜਿਹੜੇ ਝੰਡੇ ਸੀਗੇ ਇੱਕ ਕਾਲੇ ਸੀ ਪਾਰਟੀਆਂ ਦੇ। ਹਾਂ ਠੀਕ ਆ, ਕੁਛ ਵਰਕਰ ਹੁੰਦੇ ਆ ਜਿਹੜੇ ਕੋਈ ਨਾਲ ਝੰਡਾ ਲਿਆਉਂਦੇ ਆ, ਅਤੇ ਅਸੀਂ ਉਹਨੂੰ ਕਹਿ ਤਾਂ ਸਕਦੇ ਨਹੀਂ ਵੀ ਤੂੰ ਕਾਕਾ ਰੱਖ ਦੇ, ਇਹ ਕੋਈ ਆ ਗਏ ਆ ਅਤੇ ਠੀਕ ਆ, ਉਹ ਕੋਈ ਬੈਠਾ ਹੋਊਗਾ। ਪਰ ਦੇ ਅਸੀਂ ਦਿਲੀ ਗੱਲ ਕਰੀਏ, ਅਸੀਂ ਕਿਸਾਨਾਂ ਦੇ ਹੱਕ 'ਚ ਆ, ਕਿਸਾਨਾਂ ਦੇ ਹੱਕ 'ਚ ਹੀ ਰਵਾਂਗੇ। ਕਿਸਾਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਲਈ ਦਿਨ ਰਾਤ ਜਿੱਥੇ ਵੀ ਕਿਸਾਨ ਨਾਲ ਨਾਲ ਮੋਢਾ ਲਾ ਕੇ ਜਿੱਥੇ ਕਹਿਣਗੇ, ਅਸੀਂ ਧਰਨੇ ਦੇ ਵਿੱਚ ਕਿਸਾਨਾਂ ਦੇ ਨਾਲ ਬੈਠਾਂਗੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਪ੍ਰਾਈਮ ਉਹਦੇ ਦਾ ਬਹੁਤ ਬਹੁਤ ਧੰਨਵਾਦ, ਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਸ ਦਾਸ ਦੇ ਘਰੇ ਆਏ, ਦਾਸ ਨੂੰ ਇਸ ਲਾਇਕ ਸਮਝਿਆ। ਪਰ ਜੋ ਮੇਰੇ ਦਿਲ ਦੀਆਂ ਗਹਿਰਾਈਆਂ ਸੀ, ਉਹ ਮੈਂ ਬਾਰ-ਬਾਰ ਕਹਿਣਾ, ਸਾਡਾ ਅੰਨਦਾਤਾ ਹੈ, ਇਹਨੂੰ ਬਚਾਈਏ, ਸਾਰੇ ਮਿਲ ਕੇ ਇਹਦੇ ਲਈ ਇੱਕ ਇਨਸਾਫ ਵਾਲੀ ਜੰਗ ਲੜੀਏ। ਸੋ ਇਹ ਸੀਗੇ ਜੀ ਸ਼੍ਰੋਮਣੀ ਅਕਾਲੀ ਦਲ 14 ਨੰਬਰ ਵਾਰਡ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਜੀ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਇਹਨਾਂ ਦਾ ਕਹਿਣਾ ਤੁਸੀਂ ਆਪ ਜੀ ਨੇ ਸੁਣਿਆ ਕਿ ਜੇਕਰ ਇਹ ਆਰਡੀਨੈਂਸ ਵਾਪਸ ਨਾ ਲਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਸੰਘਰਸ਼ ਅੱਗੇ ਜਾਰੀ ਰੱਖੇਗੀ। ਤਦ ਤੱਕ ਅੱਗੇ ਇਹ ਦੇਖਣਾ ਹੋਏਗਾ ਵੀ ਇਹ ਕੀ ਕੁਝ ਕਰਦੇ ਨੇ। ਤਦ ਤੱਕ ਦੇ ਲਈ ਤੁਸੀਂ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਸਿਧਾਰਥ ਸ਼ਰਮਾ ਦੇ ਨਾਲ ਮੈਂ ਪ੍ਰੀਤ ਕੰਗ, ਤੁਸੀਂ ਦੇਖਦੇ ਰਹੋ ਪ੍ਰਾਈਮ ਉਦੇ।